ਉਪਰਾਲਾ ਜ਼ਰੂਰੀ ਆ। ਸੋ ਅਸੀਂ ਕੌਮੀ ਕਿਸਾਨ ਯੂਨੀਅਨ ਵੱਲੋਂ, ਮੈਂ ਕੌਮੀ ਕਿਸਾਨ ਯੂਨੀਅਨ ਟਾਈਮਸ ਨਿਊਜ਼ 24 ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਤੁਹਾਡਾ ਆਪਣਾ ਸੰਦੀਪ ਉੱਪਲ। ਸਾਡੇ ਨਾਲ ਕੌਮੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਇਕਬਾਲ ਸਿੰਘ ਜੀ ਮੌਜੂਦ ਹਾਂ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਇਹਦੇ ਬਾਰੇ ਕੀ ਕਹਿਣਾ ਉਹਨਾਂ ਦਾ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਹਾਂਜੀ ਸਰ, ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਕਿਸ ਮਸਲੇ ਕੀਤੀ? ਦੇਖੋ ਜੀ, ਅੱਜ ਦੀ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕੀਤੀ ਆ ਨਾ ਜੀ, ਉਹ ਅਸੀਂ ਕਿਸੇ ਦਾ ਵਿਰੋਧ ਕਰਨ ਲਈ ਜਾਂ ਕਿਸੇ ਵੀ ਮਸਲੇ ਨੂੰ ਚੁੱਕਣ ਲਈ ਨਹੀਂ ਕੀਤੀ। ਅਸੀਂ ਸਿਰਫ ਉਹਦੇ ਵਿੱਚ ਦੋ ਤਰ੍ਹਾਂ ਦੇ ਕੰਮ ਕੀਤੇ ਆ ਜੀ। ਇੱਕ ਅਸੀਂ ਸਰਕਾਰ ਨੂੰ ਸਮਰਥਨ ਵੀ ਦਿੱਤਾ ਹੈ ਤੇ ਇੱਕ ਅਸੀਂ ਮੰਗਾਂ ਵੀ ਆਪਣੀਆਂ ਰੱਖੀਆਂ। ਇੱਥੇ ਤੁਹਾਡੀਆਂ ਕੀ ਮੰਗਾਂ ਹੈਗੀਆਂ ਸਰਕਾਰ ਦੀਆਂ? ਦੇਖੋ, ਆਮ ਤੌਰ 'ਤੇ ਤੁਸੀਂ ਵੇਖਿਆ ਹੈ ਕਿ ਪਿੱਛੇ ਗਊਆਂ ਦੇ ਨਾਲ ਕਿੰਨਾ ਵੱਡਾ ਮਤਲਬ ਵੀ ਬਿਮਾਰੀ ਚੱਲੀ, ਗਊਆਂ ਮਰੀਆਂ, ਕਿਸੇ ਨੇ ਸਾਰ ਲਈ ਨਹੀਂ ਲਈ। ਇਸ ਕਰਕੇ ਅਸੀਂ ਮੰਗ ਪੱਤਰ ਵੀ ਦਿੱਤਾ ਸੀ ਸਰਕਾਰ ਨੂੰ, ਕਿਹਾ ਕੈਬਨਿਟ ਮੰਤਰੀਆਂ ਨੂੰ ਮੰਗ ਪੱਤਰ ਦਿੱਤੇ, ਹੋਇਆ ਕਿ ਕੁਝ ਵੀ ਨਹੀਂ। ਅਸੀਂ ਇਸੇ ਕਰਕੇ ਇੱਕ ਤਰੀਕ ਮਿਥੀ ਆ, ਜਿਸ ਤਰੀਕ ਦੇ ਉੱਤੇ ਅਸੀਂ ਦੁਬਾਰਾ ਸਾਡੇ ਜਿਹੜੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਜੀ, ਉਹਨਾਂ ਨੂੰ ਅਸੀਂ ਯਾਦਾਸ਼ਤ ਪੱਤਰ ਦੇਵਾਂਗੇ। ਇਹ ਮੰਗ ਪੱਤਰ ਨਹੀਂ ਹੋਗਾ, ਮੰਗ ਪੱਤਰ ਅਸੀਂ ਪਹਿਲਾਂ ਦੇ ਦਿੱਤੇ ਆ। ਇਹ ਯਾਦਾਸ਼ਤ ਪੱਤਰ ਆ ਤਾਂ ਕਿ ਤੁਹਾਨੂੰ ਚੇਤਾ ਭੁੱਲ ਗਿਆ ਹੈ। ਅਸੀਂ ਤੁਹਾਨੂੰ ਚੇਤਾ ਕਰਾਉਣੇ, ਤੁਹਾਡੀ ਯਾਦਾਸ਼ਤ ਤੇਜ਼ ਕਰਾਉਣੇ ਆ ਕਿ ਤੁਸੀਂ ਗਊਆਂ ਲਈ ਕੁਝ ਕਰਨਾ ਹੈ। ਨਾ ਤਾਂ ਹੁਣ ਜ਼ਿਮੀਂਦਾਰਾਂ ਦੀਆਂ ਦੁੱਧ ਵੀ ਖਤਮ ਹੋ ਗਿਆ, ਪਸ਼ੂ ਵੀ ਘਰੋਂ ਚਲੇ ਗਏ, ਉਹ ਵਿਚਾਰਾ ਕਰੇਗਾ ਕੀ? ਕੁਛ ਤਾਂ ਸੋਚੋ, ਕੁਛ ਤੇ ਦਾ ਅੱਛਾ ਤੁਸੀਂ ਕੁਛ ਨਾ ਕਰੋ। ਡਿਸਪੈਂਸਰੀਆਂ ਦੇ ਉੱਤੋਂ ਤੁਸੀਂ ਡਾਟਾ ਇਕੱਠਾ ਕਰਾ ਲਓ, ਕਿੰਨੇ ਪਸ਼ੂ ਮਰੇ ਆ। ਤੁਹਾਡੇ ਕੋਲ ਤਾਂ ਡਾਟਾ ਵੀ ਨਹੀਂ ਹੈਗਾ। ਤੁਸੀਂ ਡਾਟਾ ਤਾਂ ਇਕੱਠਾ ਕਰਾਓ, ਬਿਮਾਰ ਕਿੰਨੇ ਮਰੇ, ਕਿੰਨੇ ਹੋਏ ਆ। ਜੇ ਤੁਸੀਂ ਡਾਟਾ ਦੀ ਗੱਲ ਕਰਦੇ ਖਾਨਾ ਪੂਰਤੀ ਕੀਤੀ ਆ, ਉਹਦੇ ਵਿੱਚ ਤੇ ਅਸਲੀਅਤ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਇਹਦੇ ਨਾਲ ਹੋਰ ਬੜੇ ਮੁੱਦੇ ਨੇ, ਜਿਵੇਂ ਪਰਾਲੀ ਦਾ ਮੁੱਦਾ। ਸਰਕਾਰ ਕਹਿੰਦੀ ਸੀ ਅਸੀਂ ਜੀ 2500 ਰੁਪਇਆ ਦੇਵਾਂਗੇ, ਹੁਣ ਕਹਿੰਦੇ ਸੈਂਟਰ ਨਹੀਂ ਮੰਨਦੇ। ਜੇ ਸੈਂਟਰ ਨਹੀਂ ਮੰਨਦੀ ਤਾਂ ਤੁਸੀਂ ਪਹਿਲਾਂ ਕਿਉਂ ਬਿਆਨ ਦਿੱਤਾ? ਤੁਸੀਂ ਪਹਿਲਾਂ ਸੈਂਟਰ ਦੇ ਨਾਲ ਤਾਲਮੇਲ ਬਣਾਉਂਦੇ ਹੋ, ਫਿਰ ਬਿਆਨ ਦਿੰਦੇ ਹੋ। ਹੁਣ ਜੇ ਤੇ ਸਰਕਾਰ ਕਹਿੰਦੀ ਆ ਵੀ ਕਿਸਾਨਾਂ ਦੇ ਪਰਚੇ ਕਰਨੇ, ਜੇ ਧਾਲੀਵਾਲ ਸਾਹਿਬ ਨੂੰ ਲੱਗਦਾ ਹੈ ਕਿ ਅਸੀਂ ਕੁਝ ਨਹੀਂ ਦੇ ਕੇ ਸਿਰਫ ਸਰਕਾਰੀ ਤੰਤਰ ਦਾ ਵਰਤ ਕੇ ਅਸੀਂ ਕਿਸਾਨਾਂ ਦੇ ਪਰਚੇ ਕਰਾਂਗੇ, ਅਸੀਂ ਨਹੀਂ ਜੇ ਹੋਣ ਦੇ। ਸਰਕਾਰ ਦੇਵੇ 2500 ਰੁਪਇਆ, ਅਸੀਂ ਕਿਸਾਨਾਂ ਨੂੰ ਕਹਾਂਗੇ ਕਿ ਪਰਾਲੀ ਨਾ ਸਾੜੋ, ਤੁਹਾਨੂੰ 2500 ਰੁਪਇਆ ਮਿਲਣਾ, ਆਪਣੀ ਪਰਾਲੀ ਦੀ ਸਾਂਭ ਸੰਭਾਲ। ਇਹਦੇ ਨਾਲ ਜਿਹੜੀ ਸਹਿਯੋਗ ਵਾਲੀ ਗੱਲ ਹੈ, ਸਹਿਯੋਗ ਵਾਲੀ ਗੱਲ ਹੈ ਜੀ, ਬਹੁਤ ਜਲਦੀ ਅਸੀਂ ਤੁਹਾਨੂੰ ਉਹਦੇ ਬਾਰੇ ਪੂਰੀ ਡਿਟੇਲ ਦੇ ਦਾਂਗੇ। ਅਸੀਂ ਖੁਦ ਆਪਣੀ ਜਥੇਬੰਦੀ ਵੱਲੋਂ, ਕੌਮੀ ਕਿਸਾਨ ਯੂਨੀਅਨ ਵੱਲੋਂ ਅਸੀਂ ਸੰਦਾਂ ਦਾ ਪ੍ਰਬੰਧ ਕਰ ਰਹੇ ਹਾਂ ਜੀ, ਜਿਹਦੇ ਵਿੱਚ ਅਸੀਂ ਬੇਲਰ, ਸੁਪਰ ਸੀਡਰ, ਜਿਹੜੇ ਵੀ ਸੰਦ ਆਪਣੀ ਪਰਾਲੀ ਦੀ ਸਾਂਭ ਸੰਭਾਲ ਲਈ ਵਰਤੇ ਜਾਂਦੇ ਆ, ਉਹ ਅਸੀਂ ਖੁਦ ਕਿਸਾਨਾਂ ਨੂੰ ਮੁਹੱਈਆ ਕਰਾਵਾਂਗੇ। ਉਹ ਅਸੀਂ ਅਗਲੀ ਮੀਟਿੰਗ ਦੇ ਵਿੱਚ ਪੂਰੀ ਡਿਟੇਲ ਦਾਂਗੇ। ਹੋਰ ਇਹਦੇ ਤੋਂ ਇਲਾਵਾ ਤੁਹਾਡੇ ਕੀ ਮਸਲੇ ਹੈਗੇ? ਦੇਖੋ, ਮਸਲੇ ਤੇ ਬਹੁਤ ਹੀ ਜ਼ਿਆਦਾ ਆ। ਮਸਲੇ ਤੇ ਤੁਸੀਂ ਘਰੋਂ ਬਾਹਰ ਪੈਰ ਪੁੱਟੋ ਤੇ ਮਸਲੇ ਆ। ਜੇ ਆਪਾਂ ਗੱਲ ਕਰੀਏ ਪਟਵਾਰੀਆਂ ਦੀ, ਠੀਕ ਹੈ ਜੀ, ਕਿਸਾਨਾਂ ਦੀ ਗੱਲ ਕਰੀਏ ਤੇ ਪਟਵਾਰੀ ਹੜਤਾਲ ਤੇ ਆ, ਉਹਨਾਂ ਦੋ ਬਣਾਇਆ ਜੀ ਅੱਜ। ਦੇਖੋ ਜੀ, ਅਸੀਂ 3 ਦਿਨ ਰੱਖੇ ਆ ਜੀ। ਅਸੀਂ ਇੱਕੋ ਦਿਨ ਅਸੀਂ ਡਿਵੀਜ਼ਨ ਕਰ ਦਿੱਤੀ ਆ ਵੀ ਜਿਹੜੇ ਡੀਸੀ ਸਾਹਿਬ ਦੇ ਮੁੱਦੇ ਆ ਉਹਦਾ ਮੰਗ ਪੱਤਰ ਅਸੀਂ ਡੀਸੀ ਸਾਹਿਬ ਨੂੰ ਦੇਵਾਂਗੇ। ਜਿਹੜੇ ਆਪਣੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਜੀ ਆ, ਉਹਨਾਂ ਦੇ ਮੁੱਦੇ ਆ, ਉਹਨਾਂ ਦਾ ਮੰਗ ਪੱਤਰ ਉਹਨਾਂ ਨੂੰ ਦੇਵਾਂਗੇ। ਨਾਲ ਅਸੀਂ ਲੰਬੀ ਸਕੀਮ ਇਹਨਾਂ ਨੂੰ ਯਾਦਾਸ਼ਤ ਪੱਤਰ ਤੇ ਦੇਣਾ ਹੀ ਦੇਣਾ, ਚੇਤਾ ਤੇ ਕਰਾਉਣਾ ਹੀ ਕਰਾਉਣਾ ਕਿ ਭਾਈ ਇਹਦੇ ਬਾਰੇ ਕੁਝ ਸੋਚੋ ਜ਼ਰੂਰ। ਉੱਦਾਂ ਦੇ ਆਪਾਂ ਕਹਿੰਦੇ, ਆਪਾਂ ਸਾਰੇ ਕਹਿੰਦੇ ਗਊ ਆਪਣੇ ਸਾਰਿਆਂ ਦੀ ਮਾਤਾ ਹੈ, ਲੇਕਿਨ ਮਾਤਾ ਨੂੰ ਬਚਾਉਣ ਲਈ ਅਸੀਂ ਐਫਰਟ ਕੋਈ ਨਹੀਂ ਕਰਦੇ, ਕੋਈ ਵੀ ਨਹੀਂ ਕਰ ਰਿਹਾ। ਕਿੰਨੇ ਕੀਤਾ? ਕੁਛ ਨਹੀਂ ਕੀਤਾ। ਇਹਦੇ ਨਾਲ ਅਸੀਂ ਇੱਕ ਮੰਗ ਪੱਤਰ ਦੇਣਾ ਖੇਤੀਬਾੜੀ ਅਫਸਰ ਨੂੰ, ਜ਼ਿਲ੍ਹਾ ਖੇਤੀਬਾੜੀ ਅਫਸਰ। ਦੇਖੋ, ਜ਼ਿਲ੍ਹਾ ਖੇਤੀਬਾੜੀ ਅਫਸਰ ਨੂੰ ਮੰਗ ਪੱਤਰ ਇਸ ਕਰਕੇ ਦੇਣਾ ਹੈ ਕਿਉਂਕਿ ਜ਼ਿਲ੍ਹੇ ਦਾ ਮਾਲਕ ਹੈ, ਖੇਤੀਬਾੜੀ ਦੇ ਜਿੰਨੇ ਪ੍ਰਬੰਧ ਆ ਉਹਦੇ ਹੇਠ। ਹੁਣ ਸਰਕਾਰ ਨੇ ਕਹਿਤਾ ਜੀ 2500 ਰੁਪਇਆ ਦੇਵਾਂਗੇ, 1500 ਰੁਪਇਆ ਦੇਵਾਂਗੇ ਸਿੱਧੀ ਬਿਜਾਈ ਦਾ। ਲੋਕਾਂ ਸਿੱਧੀ ਬਿਜਾਈ ਕੀਤੀ, ਕੁਛ ਲੋਕਾਂ ਵਾਹ ਤੇ ਅੱਛਾ ਜਿੰਨਾ ਵਾਹੇ ਨਹੀਂ, ਜਿੰਨਾ ਆਪਣੀ ਸਿੱਧੀ ਬਿਜਾਈ ਰੱਖੀ, ਉਹਨਾਂ ਦੇ ਹੁਣ ਝੋਨਿਆਂ ਨੂੰ ਮੰਜਰ ਪੈ ਗਈ ਆ। ਝੋਨੇ ਹੋ ਸਕਦਾ ਹੈ ਹੋਰ ਕੁਝ ਦਿਨਾਂ ਤੱਕ ਵੱਢੇ ਜਾਣ, ਲੇਕਿਨ ਉਹਨਾਂ ਦੇ ਖਾਤੇ 'ਚ ਕੋਈ ਪੈਸਾ ਨਹੀਂ ਆਇਆ। ਆਹ ਜਿਹੜੇ ਦਿਨ ਆ ਜੀ, ਕਿਸਾਨ ਵਾਸਤੇ ਸਭ ਤੋਂ ਤੰਗੀ ਦੇ ਦਿਨ ਆ। ਇਹਨਾਂ ਦਿਨਾਂ ਦੇ ਵਿੱਚ ਤੁਸੀਂ ਪੈਸਾ ਪਾਓ ਨਾ, ਜਦੋਂ ਵੇਲਾ ਲੰਘ ਗਿਆ ਫਿਰ ਪੈਸੇ ਦੇਣ ਦਾ ਕੀ ਮਤਲਬ ਹੈ? ਇਹਨਾਂ ਦਿਨਾਂ ਦੇ ਵਿੱਚ ਪੈਸੇ ਚਾਹੀਦੇ ਆ ਨਾ ਸਾਨੂੰ। ਤੁਸੀਂ ਹੁਣ ਮੰਜਰ ਪੈ ਗਈ, ਹੁਣ ਥੋੜੀ ਵਾਹੂਗਾ ਕੋਈ। ਜੇ ਤੁਹਾਨੂੰ ਕੋਈ ਸ਼ੰਕਾ ਹੈ ਵੀ ਹੁਣ ਕੋਈ ਵਾਧੂਗਾ, ਮੰਜਰ ਪਈ ਤਾਂ ਥੋੜੀ ਵਾਹੂਗਾ। ਹੁਣ ਪੈਸੇ ਦਿਓ, ਅਗਲੇ ਦਾ ਕੋਈ 2-4 ਦਿਨਾਂ ਦਾ ਗੁਜ਼ਾਰਾ, ਹਫ਼ਤਾ ਗੁਜ਼ਾਰਾ ਸਭ ਕੁਝ ਨਿਕਲੇ। ਲੇਕਿਨ ਇਕੱਲੇ ਐਲਾਨਾਂ ਦੇ ਨਾਲ ਨਹੀਂ ਕੁਛ ਬਣਨਾ। ਇਹਦੇ ਨਾਲ ਅਸੀਂ ਖੇਤੀਬਾੜੀ ਅਫਸਰ ਨੂੰ ਇੱਕ ਹੋਰ ਬਹੁਤ ਜ਼ਰੂਰੀ ਮੰਗ ਰੱਖੀ। ਦੇਖੋ, ਅਸੀਂ ਮੰਗਾਂ ਤਾਂ ਬਹੁਤ ਸਾਰੀਆਂ, ਲੇਕਿਨ ਸਾਡੀ ਕੋਸ਼ਿਸ਼ ਹੈ ਵੀ ਅਸੀਂ ਉਹ ਜਾਇਜ਼ ਮੰਗਾਂ ਜਿਹੜੀਆਂ ਹਰ ਵਰਗ ਦੇ ਨਾਲ ਸੰਬੰਧਿਤ। ਹੁਣ ਜੀ ਛੋਟਾ ਕਾਸ਼ਤਕਾਰ ਹੈ ਸਬਜ਼ੀ ਦਾ, ਉਹਦੇ ਤੇ ਕਿਸੇ ਦਾ ਧਿਆਨ ਨਹੀਂ। ਅਸੀਂ ਖੇਤੀਬਾੜੀ ਅਫਸਰ ਨੂੰ ਇਹ ਦਰਖਾਸਤ ਕਰਦੇ ਹਾਂ ਕਿ ਸਾਨੂੰ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹਰ ਬਲਾਕ ਦੇ ਵਿੱਚ ਇੱਕ ਕਿਸਾਨ ਆੜ ਦਿੱਤੀ ਹੈ, ਜਿਹਦੇ ਤੇ ਛੋਟਾ ਕਾਸ਼ਤਕਾਰ ਸਿੱਧੀ ਆਪਦੀ ਫਸਲ ਜਿਹੜੀ ਆ, ਆਪਦੀ ਸਬਜ਼ੀ ਆ, ਉਹ ਸਿੱਧੀ ਜਾ ਕੇ
ਤੇ ਗਾਹਕ ਨੂੰ ਵੇਚ ਸਕੇ। ਉਹਦਾ ਟਾਈਮ ਰੱਖੋ, ਤੁਸੀਂ ਇੱਕ ਕਿਸਾਨ ਹੱਟ ਖੋਲੋ ਬਲਾਕ ਦੇ ਵਿੱਚ, ਉਹਦਾ ਟਾਈਮ ਖੋਲੋ ਵੀ ਠੀਕ ਹੈ ਜੀ ਇੱਦਣ ਇੰਨੀ ਤਰੀਕ ਨੂੰ ਆਹ ਕਿਸਾਨ ਆਊਗਾ, ਇੰਨੀ ਤਰੀਕ ਨੂੰ ਮੰਡੀ ਦਾ ਸਿਸਟਮ ਸ਼ੁਰੂ ਕਰੋ ਨਾ। ਲੇਕਿਨ ਆਪਾਂ ਖੁੱਲੀ ਮੰਡੀ ਨੂੰ ਬੰਦ ਕਰਕੇ ਇੱਕ ਸਰਕਾਰੀ ਤੰਤਰ 'ਚ ਜੀ ਮੰਡੀ 'ਚ ਲਈਏ ਤਾਂ ਕਿ ਇਹਦਾ ਸਿਸਟਮ ਵਧੀਆ ਹੋ ਸਕੇ। ਜਿਹੜਾ ਹੁਣ ਜ਼ਿਮੀਦਾਰ ਆ ਉਹਨੂੰ ਵੀ ਮੁੱਲ ਪੂਰਾ ਮਿਲੂਗਾ, ਜਿਹੜਾ ਖਪਤਕਾਰ ਆ ਉਹਨੂੰ ਵੀ ਜਾਇਜ਼ ਸਬਜ਼ੀ ਮਿਲੂਗੀ। ਸੋ ਇਸ ਕਰਕੇ ਇਦਾਂ ਦੇ ਪ੍ਰਬੰਧ ਸਾਨੂੰ ਕਰਨੇ ਪੈਣੇ, ਕਿਉਂਕਿ ਕਿਸਾਨ ਹੱਟ ਬਹੁਤ ਜ਼ਰੂਰੀ ਹੈ। ਹੁਣ ਸਿਸਟਮ ਇਹਨਾਂ ਕੋਲ ਹੈਗਾ ਹੈ, ਪ੍ਰੋਜੈਕਟ ਇਹਨਾਂ ਕੋਲ ਹੈਗਾ ਹੈ, ਹੁਣ ਅਪਲਾਈ ਕਿਉਂ ਨਹੀਂ ਕਰਦੇ? ਕਿ ਇਹਨਾਂ ਕੋਲ ਕੰਮ ਹੀ ਇੰਨਾ ਕੁ ਜ਼ਿਆਦਾ ਹੈ ਕਿ ਹਾਂ ਵੀ ਇਹਨਾਂ ਨੂੰ ਸੋਚਣ ਦਾ ਟਾਈਮ ਹੀ ਨਹੀਂ ਹੈਗਾ ਵੀ ਸਾਡੇ ਕੋਲ ਕੀ ਪ੍ਰੋਜੈਕਟ ਆ, ਠੀਕ ਹੈ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਮੁੱਦੇ ਆ। ਹੁਣ ਅਸੀਂ ਜੇ ਸੜਕ ਦੇ ਤੁਸੀਂ ਲਿੰਕ ਰੋਡ ਤੇ ਜਾ ਰਹੇ ਜੀ ਤੇ ਮੈਨੂੰ ਨਹੀਂ ਮੁੱਲ ਪੂਰਾ ਮਿਲੂਗਾ, ਜਿਹੜਾ ਖਪਤਕਾਰ ਆ ਉਹਨੂੰ ਵੀ ਜਾਇਜ਼ ਸਬਜ਼ੀ ਮਿਲੂਗੀ। ਸੋ ਇਸ ਕਰਕੇ ਇਦਾਂ ਦੇ ਪ੍ਰਬੰਧ ਸਾਨੂੰ ਕਰਨੇ ਪੈਣੇ, ਕਿਉਂਕਿ ਕਿਸਾਨ ਹੱਟ ਬਹੁਤ ਜ਼ਰੂਰੀ ਹੈ। ਹੁਣ ਸਿਸਟਮ ਇਹਨਾਂ ਕੋਲ ਹੈਗਾ ਹੈ, ਪ੍ਰੋਜੈਕਟ ਇਹਨਾਂ ਕੋਲ ਹੈਗਾ ਹੈ, ਹੁਣ ਅਪਲਾਈ ਕਿਉਂ ਨਹੀਂ ਕਰਦੇ? ਕਿ ਇਹਨਾਂ ਕੋਲ ਕੰਮ ਹੀ ਇੰਨਾ ਕੁ ਜ਼ਿਆਦਾ ਹੈ ਕਿ ਹਾਂ ਵੀ ਇਹਨਾਂ ਨੂੰ ਸੋਚਣ ਦਾ ਟਾਈਮ ਹੀ ਨਹੀਂ ਹੈਗਾ ਵੀ ਸਾਡੇ ਕੋਲ ਕੀ ਪ੍ਰੋਜੈਕਟ ਆ, ਠੀਕ ਹੈ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਮੁੱਦੇ ਆ। ਹੁਣ ਅਸੀਂ ਜੇ ਸੜਕ ਦੇ ਤੁਸੀਂ ਲਿੰਕ ਰੋਡ ਤੇ ਜਾ ਰਹੇ ਜੀ ਤੇ ਮੈਨੂੰ ਨਹੀਂ ਲੱਗਦਾ ਕਿ ਜੇ ਤੁਹਾਡੇ ਅੱਗੇ ਮਿੱਟੀ ਦੀ ਟਰਾਲੀ ਕੋਈ ਜਾਂਦੀ ਹੋਵੇ ਤੇ ਤੁਸੀਂ ਉਹਨੂੰ ਕ੍ਰਾਸ ਕਰ ਦਿਓ। ਕਿਉਂ? ਇੱਕ ਤਾਂ ਮਿੱਟੀ ਦੀ ਲੱਦੀ ਬਹੁਤ ਜ਼ਿਆਦਾ, ਲੋਡਡ ਬਹੁਤ ਜ਼ਿਆਦਾ, ਓਵਰਲੋਡ ਹੈ। ਇੱਕ ਉਹਦੇ ਤੇ ਏਡੀ ਜ਼ੋਰ ਦਾ ਲਾਊਡ ਸਪੀਕਰ ਡੈਕ ਲੱਗਾ ਹੁੰਦਾ ਹੈ ਕਿ ਤੁਹਾਡਾ ਹਾਰਨ ਉਹਨੂੰ ਸੁਣਦਾ ਹੀ ਨਹੀਂ ਬੰਦੇ। ਸੋ ਉਹ 5 ਕਿਲੋਮੀਟਰ 10 ਕਿਲੋਮੀਟਰ ਤੁਹਾਨੂੰ ਉਹਦੇ ਪਿੱਛੇ ਜਾਣਾ ਪੈਂਦਾ, ਤੁਸੀਂ ਉਹਨੂੰ ਕ੍ਰੋਸ ਨਹੀਂ ਕਰ ਸਕਦੇ। ਫਿਰ ਉਹ ਇੰਨਾ ਜ਼ਿਆਦਾ ਲੋਡਡ ਹੁੰਦਾ ਹੈ ਕਿ ਸਮੇਂ ਪੈਣ ਤੇ ਤੁਸੀਂ ਉਹਨੂੰ ਬ੍ਰੇਕ ਨਹੀਂ ਮਾਰ ਸਕਦੇ। ਉਹ ਕਈ ਜਗ੍ਹਾ ਹਾਦਸੇ ਹੋਇਆ ਪਿੱਛੇ ਦੇ ਅਸੀਂ ਸੁਣਿਆ ਹੈ ਨਸ਼ਹਿਰਾ ਫਰਮਾਂ ਦੇ ਵਿੱਚ ਇੱਕ ਲੜਕੀ ਜਿਹੜੀ ਜਾ ਰਹੀ ਸੀ ਸੜਕ ਤੇ ਉਹਨੂੰ ਫੇਟ ਮਾਰੀ ਆ ਆਪਣਾ ਮਿੱਟੀ ਵਾਲੀ ਟਰਾਲੀ ਨੇ। ਉਹਦਾ ਕੌਣ ਜ਼ਿੰਮੇਵਾਰ ਹੈ? ਉਹਦਾ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੈ ਨਾ, ਜਿਹੜਾ ਧਿਆਨ ਨਹੀਂ ਦੇ ਰਿਹਾ ਜੀ। ਹੁਣ ਕਿੰਨੀਆਂ ਕੁ ਚੀਜ਼ਾਂ ਨੇ ਤੁਸੀਂ ਸਾਨੂੰ ਮਜਬੂਰ ਕਰ ਲਿਆ ਜੀ ਕਿਸਾਨ ਯੂਨੀਅਨ ਨੂੰ ਧਰਨੇ ਲਾਉਣ। ਸਾਡਾ ਜੀ ਨਹੀਂ ਕਰਦਾ, ਸਾਡਾ ਵੀ ਪਰਿਵਾਰ ਆ, ਸਾਡੇ ਵੀ ਕੰਮ ਕਰ ਰਿਹਾ, ਸਾਡਾ ਜੀ ਨਹੀਂ ਕਰਦਾ, ਲੇਕਿਨ ਮਜਬੂਰ ਉਦੋਂ ਹੋਈਦਾ ਏ ਜਦੋਂ ਸੁਣੀ ਨਹੀਂ ਜਾਂਦੀ। ਆਪਣੀ ਡਿਊਟੀ ਤੋਂ ਭੱਜਦੇ ਨੇ ਅਫਸਰ। ਹੁਣ ਅਫਸਰ ਦਾ ਕੰਮ ਹੈ ਜਿੰਨੀ ਵੀ ਉਹਦੀ ਲਿਸਟ ਆ, ਜਿੰਨੇ ਵੀ ਉਹਦੇ ਕੰਮਾਂ ਦੀ ਲਿਸਟ ਕਰੇ, ਲੇਕਿਨ ਅਫਸਰ ਪੂਰਾ ਨਹੀਂ ਕਰਦੇ। ਅਫਸਰ ਸਿਰਫ ਲੱਗੇ ਨੇ ਚਮਚਾ ਕੇ ਦਿਖਾਉਂਦੇ। ਮੰਤਰੀਆਂ ਦੀ ਜਿਹੜੀ ਮਰਜ਼ੀ ਸਰਕਾਰ ਹੈ ਜੀ, ਮੰਤਰੀ ਦੀ ਹਾਂਜੀ ਜੀ ਹਜ਼ੂਰੀ ਜੀ ਹਜ਼ੂਰੀ ਜੀ ਹਜ਼ੂਰੀ ਕਰ ਲਓ, ਇਹਦੇ ਨਾਲ ਗੱਲ ਨਹੀਂ ਬਣਦੀ। ਲੋਕਾਂ ਲਈ ਕੰਮ ਕਰੋ, ਤੁਸੀਂ ਲੋਕਾਂ ਲਈ ਕੰਮ ਕਰੋ, ਜਿਹਦੇ ਲਈ ਮਰਜ਼ੀ ਕੰਮ ਕਰੋ। ਤੇ ਦੂਜੀ ਮੈਂ ਤੁਹਾਡੇ ਚੈਨਲ ਰਾਹੀਂ ਮਾਧਿਅਮ ਰਾਹੀਂ ਇੱਕ ਸਾਰੇ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ, ਦੇਖੋ ਜਥੇਬੰਦੀ ਸਾਰੀਆਂ ਬੜੀਆਂ ਸਤਿਕਾਰਯੋਗ, ਜੇ 32 ਜਥੇਬੰਦੀਆਂ ਜਾਂ ਵਾਧਿਆ ਸਾਰੀਆਂ ਬੜੀਆਂ ਸਤਿਕਾਰਯੋਗ। ਹਰ ਕਿਸੇ ਦੀ ਆਪਣੀ ਸੋਚ ਹੈ, ਹਰ ਕੋਈ ਆਪਣੀ ਸੋਚ ਦੇ ਨਾਲ ਲੜਾਈ ਕਰਦਾ। ਸਿਰਫ ਸੋਚਾਂ ਦੇ ਵਖਰੇਵੇਂ ਹੋਣ ਕੋਈ ਮਤਲਬ ਨਹੀਂ। ਜਿੰਨੀ ਜ਼ਿਆਦੀਆਂ ਹੁਣ ਕਹਿ ਦਿੰਦੇ ਜੀ ਜ਼ਿਆਦੀਆਂ ਜਿੰਨੀਆਂ ਜ਼ਿਆਦੀਆਂ ਜਥੇਬੰਦੀਆਂ ਹੋਣਗੀਆਂ ਉਹਨਾਂ ਪ੍ਰੈਸ਼ਰ ਜ਼ਿਆਦਾ ਹੋਊ, ਉਹਨਾਂ ਸਾਡਾ ਦਬਾਅ ਜ਼ਿਆਦਾ ਹੋਊ। ਦੂਜੀ ਗੱਲ ਹੈ ਮੈਂ ਜਥੇਬੰਦੀਆਂ ਨੂੰ ਅਪੀਲ ਕਰਦਾ ਜੀ ਸਾਰੇ ਰਲ ਕੇ ਕੰਮ ਕਰੋ। ਆਪਾਂ ਨਿੱਜੀ ਫਾਇਦਾ ਨਹੀਂ ਇੱਥੇ ਕਰਨਾ। ਨਿੱਜੀ ਫਾਇਦਾ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਇੰਨੀ ਕੁ ਜ਼ਮੀਨ ਦਿੱਤੀ ਆ, ਇੰਨੇ ਕੁ ਹੱਕ ਪੈਰ ਦਿੱਤੇ ਆ, ਇੰਨੀ ਕੁ ਸੁਬਤ ਮੈਨੂੰ ਦਿੱਤੀ ਆ ਵੀ ਅਸੀਂ ਆਪਣੀ ਕਿਰਤ ਕਰਕੇ ਕਮਾਈ ਕਰ ਸਕੀਏ। ਲੇਕਿਨ ਅਸੀਂ ਰਲ ਕੇ ਚੱਲੀਏ। ਵੱਧ ਤੋਂ ਵੱਧ ਜਿਹੜੇ ਮੁੱਦੇ ਆ ਉਹ ਹਰ ਵਰਗ ਦੇ, ਕਿਸਾਨਾਂ ਦੇ ਮੁੱਦੇ ਤੇ ਹੈਗੇ ਹੀ ਹੈ ਜੀ, ਹਰ ਵਰਗ ਦੇ ਆ। ਤੁਹਾਡੇ ਅੱਜ ਪੱਤਰਕਾਰ ਵੀਰਾਂ ਦੇ ਠੀਕ ਹੈ ਜੀ, ਬਹੁਤ ਸਾਰੇ ਮੁੱਦੇ ਨੇ ਜਿਹੜੇ ਚੁੱਕਣ ਵਾਲੇ ਨੇ। ਅਸੀਂ ਉਹਨੂੰ ਚੁੱਕੀਏ, ਸਹੀ ਤਰੀਕੇ ਨਾਲ ਚੁੱਕੀਏ, ਸਹੀ ਕੰਮ ਕਰੀਏ। ਮੇਰਾ ਨਾਮ ਜੀ ਕੈਪਟਨ ਸਿੰਘ ਬਘਿਆੜੀ ਤੇ ਕੌਮੀ ਕਿਸਾਨ ਯੂਨੀਅਨ ਨਾਗਪੁਰ ਜੀ। ਤੇ ਕੀ ਕਹਿਣਾ ਚਾਹੋਗੇ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ? ਪ੍ਰੈਸ ਕਾਨਫਰੰਸ ਅਸੀਂ ਇਹ ਕੀਤੀ ਆ ਜੀ, ਜਿਹੜੀਆਂ ਸਾਨੂੰ ਰੋਜ਼ ਲੋਕਾਂ ਨੂੰ ਜਿਹੜੀਆਂ ਮੁਸ਼ਕਲਾਂ ਆ ਰਹੀਆਂ, ਜਿਹੜੀਆਂ ਵੀ ਸਰਕਾਰ ਬਣਦੀ ਆ ਉਹ ਲੋਕਾਂ ਨਾਲ ਮਤਲਬ ਵੱਡੇ ਵੱਡੇ ਵਾਅਦੇ ਕਰਕੇ ਬਣਦੀ ਆ। ਤੇ ਜਥੇਬੰਦੀ ਦਾ ਇਹ ਮਕਸਦ ਹੁੰਦਾ ਕਿ ਅਸੀਂ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ, ਜਿਹੜੇ ਵਾਅਦਿਆਂ ਤੋਂ ਭੱਜ ਰਹੀ ਸਰਕਾਰ, ਉਹਦੀਆਂ ਜਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਚੇਤੇ ਕਰਾਉਣ ਲਈ ਅਸੀਂ ਜਿਹੜਾ ਕੈਬਨਿਟ ਮੰਤਰੀਆਂ ਨੂੰ ਵੀ ਜਿਹੜਾ ਯਾਦ ਕਰਾਵਾਂਗੇ, ਉਹਨਾਂ ਨੂੰ ਦੱਸਾਂਗੇ ਕਿ ਲੋਕਾਂ ਨਾਲ ਤੁਸੀਂ ਵਾਅਦੇ ਕੀਤੇ ਉਹਨਾਂ ਨੂੰ ਪੂਰਾ ਕੀਤਾ ਜਾਵੇ। ਜਿਹੜੇ ਸਾਡੇ ਜ਼ਿਲ੍ਹਾ ਡੀਸੀ ਸਾਹਿਬ ਦੇ ਧਿਆਨ 'ਚ ਮਸਲੇ ਲਿਆਉਣ ਵਾਲੇ ਆ ਉਹ ਵੀ ਅਸੀਂ ਵਿਚਾਰੇ ਆ, ਉਹ ਵੀ ਅਸੀਂ ਡੀਸੀ ਸਾਹਿਬ ਨੂੰ ਆਉਣ ਵਾਲੇ ਦਿਨਾਂ 'ਚ ਮੰਗ ਪੱਤਰ ਦੇਵਾਂਗੇ। ਤੇ ਜਿਹੜਾ ਇਹ ਮੁਸ਼ਕਲ ਹੈ ਜਿਹੜੀ ਇਸ ਵੇਲੇ ਝੋਨੇ ਦੀ ਕਟਾਈ ਜਿਹੜੀ ਸ਼ੁਰੂ ਹੋ ਚੁੱਕੀ ਹੈ, ਜਿਹੜਾ ਪਰਾਲੀ ਦਾ ਮਸਲਾ, ਸਾਡੇ ਕਿਸਾਨਾਂ ਨੂੰ ਮੁਸ਼ਕਲਾਂ ਆਉਣਗੀਆਂ। ਸਰਕਾਰ ਨਾਲ ਤਕਰਾਰ ਵਧੂਗਾ, ਕੋਈ ਪਰਾਲੀ ਨੂੰ ਅੱਗ ਲਾਊਗਾ, ਕੋਈ ਕਿਸੇ ਪਰਚਾ ਦਰਜ ਹੋਊਗਾ ਤੇ ਵਾਦ-ਵਾਦ ਛਿੜੂਗਾ। ਉਹਦੇ ਸੰਬੰਧ 'ਚ ਅਸੀਂ ਇਹ ਵਿਚਾਰ ਇੱਥੇ ਕੀਤੀ ਆ ਵੀ ਸਰਕਾਰ ਜਿਹੜਾ ਵਾਅਦੇ ਮੁਤਾਬਕ ਲੋਕਾਂ ਨੂੰ ਜਿਹੜਾ ਪਰਾਲੀ ਸਾਂਭਣ ਵਾਸਤੇ ਜਿਹੜਾ
ਉਹ ਪ੍ਰਬੰਧ ਕਰੇ ਤਾਂ ਕਿ ਕਿਸਾਨਾਂ ਦਾ ਤੇ ਸਰਕਾਰ ਦਾ ਆਪਸ ਵਿੱਚ ਜਿਹੜੀ ਉਹ ਸਾਂਝ ਵਧੀਆ ਬਣੀ ਰਵੇ, ਕੋਈ ਵਾਦ-ਵਾਦ ਨਾ ਹੋਵੇ, ਕਿਉਂਕਿ ਜਿਹੜਾ ਪਰਾਲੀ ਨੂੰ ਸਾਂਭਣ ਲਈ ਸਰਕਾਰ ਦਾ ਵਾਅਦਾ ਜੇ ਉਹ ਨਹੀਂ ਪੂਰਾ ਕਰਦੀ ਤੇ ਫਿਰ ਅਸੀਂ ਜਿਹੜਾ ਲੋਕਾਂ ਦੇ ਪਰਚੇ ਨਹੀਂ ਹੋਣ ਦੇਵਾਂਗੇ। ਇਸ ਕਰਕੇ ਜਥੇਬੰਦੀ ਆ ਲੋਕਾਂ ਦੀ ਸਭ ਆਪ ਦੀ, ਤੁਹਾਡੀ ਸਾਰਿਆਂ ਦੀ ਹੈ ਜੀ, ਮਜ਼ਦੂਰਾਂ ਦੀ ਵੀ ਆ, ਸਗਨ ਸਕੀਮਾਂ ਦਾ ਵੀ ਮਸਲਾ ਗਰੀਬਾਂ ਦਾ, ਕਿਉਂਕਿ ਲੜਕੀਆਂ ਦੇ ਮੈਂ ਵੇਖਿਆ ਵਿਆਹ ਵੀ ਹੋ ਗਏ, ਬੱਚੇ ਵੀ ਹੋ ਗਏ, ਪਰ ਅਜੇ ਤੱਕ ਸਰਕਾਰ ਨੇ ਪੈਸੇ ਨਹੀਂ ਦਿੱਤੇ। ਅਸੀਂ ਇਹ ਵੀ ਮੰਗ ਕਰਾਂਗੇ ਕਿ ਜਲਦੀ ਤੋਂ ਜਲਦੀ ਉਹਨਾਂ ਗਰੀਬਾਂ ਦੇ ਜੋ ਵੀ ਸਕੀਮਾਂ ਜਿਹੜੀਆਂ ਸਰਕਾਰ ਨੇ ਪਾਲਿਸੀਆਂ ਵਾਅਦੇ ਜਿਹੜੇ ਕੀਤੇ ਉਹਦੇ ਮੁਤਾਬਕ ਅਸੀਂ ਉਹਨਾਂ ਤੋਂ ਮੰਗ ਕਰਾਂਗੇ ਕਿ ਲੋਕਾਂ ਨੂੰ ਜਿਹੜਾ ਉਹ ਵਾਅਦੇ ਪੂਰੇ ਕੀਤੇ ਜਾਣ। ਆਪ ਦੀ ਜਥੇਬੰਦੀ ਹੈ ਜੀ, ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਬੇਟੇ? ਮੇਰਾ ਨਾਮ ਕਰਨ ਸਿੰਘ ਜੀ। ਤੇ ਸਰ ਅੱਜ ਦੀ ਜਿਹੜੀ ਇਹ ਇੱਥੇ ਪ੍ਰੈਸ ਕਾਨਫਰੰਸ ਵਿੱਚ ਕੀ ਕਹਿਣਾ ਚਾਹੋਗੇ ਇਹਦੇ ਮਸਲੇ 'ਚ? ਇਹਦੇ ਬਾਰੇ ਅਸੀਂ ਜੋ ਸਾਡੇ ਇਕਬਾਲ ਸਿੰਘ ਔਰ ਜਨਰਲ ਸਕੱਤਰ ਕੌਮੀ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਬੋਲਿਆ, ਉਹ ਅਸੀਂ ਸਾਰਿਆਂ ਨੇ ਮੀਟਿੰਗ ਕੀਤੀ ਆ। ਉਹ ਬੋਲਿਆ ਕਿ ਅਸੀਂ ਜਿਹੜਾ ਵਾ ਕਿ ਕਿਸਾਨਾਂ ਦੇ ਮੁੱਦੇ ਜਿਹੜੇ ਆ, ਕਿਸਾਨਾਂ ਦੇ ਲਈ ਸਾਰੇ ਮੁੱਦੇ ਜਿਹੜੇ ਆ ਉਹਦੇ ਸੰਬੰਧ 'ਚ ਅਸੀਂ ਮੀਟਿੰਗ ਕੀਤੀ ਆ। ਜਿਵੇਂ ਕਿ ਲਾਲਜੀਤ ਸਿੰਘ ਭੁੱਲਰ ਨੂੰ ਅਸੀਂ ਪਿੱਛੇ ਮੰਗ ਪੱਤਰ ਦਿੱਤਾ ਸੀ, ਉਹਦੀ ਕੋਈ ਜਾਇਦਾਦ ਪਤਾ ਨਹੀਂ ਘੱਟ ਹੋ ਗਈ ਆ ਕਿ ਮੰਤਰੀ ਬਣ ਕੇ ਕੁਰਸੀ ਦਾ ਨਸ਼ਾ ਹੋ ਜਾਂਦਾ। ਉਹ ਸਾਰੇ ਮੁੜ ਕੇ ਵਾਅਦੇ ਜਿਹੜੇ ਕੀਤੇ ਆ ਉਹ ਭੁੱਲ ਜਾਂਦੇ ਆ। ਇਸ ਲਈ ਉਹਦੇ ਲਈ ਅਸੀਂ ਇੱਕ ਯਾਦ ਪੱਤਰ ਰੱਖਿਆ, ਉਹ ਅਸੀਂ 24 ਤਰੀਕ ਨੂੰ ਸਾਰੀ ਸਾਡੀ ਜਥੇਬੰਦੀ ਹੋਈ। ਹਾਂਜੀ ਇਕਬਾਲ ਜੀ, ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਕਿਸ ਮਸਲੇ 'ਤੇ ਕੀਤੀ ਗਈ? ਅੱਜ ਜੀ ਸਾਡੀ ਕੌਮੀ ਕਿਸਾਨ ਯੂਨੀਅਨ ਦੇ ਮੁੱਖ ਜ਼ਿਲ੍ਹਾ ਤਰਨਤਾਰਨ ਦੇ ਅਹੁਦੇਦਾਰਾਂ ਨੇ ਮਿਲ ਕੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ, ਮੀਟਿੰਗ ਕੀਤੀ ਹੈ। ਪਹਿਲਾਂ ਹੁਣ ਤੁਹਾਨੂੰ ਪ੍ਰੈਸ ਨੂੰ ਜਾਣਕਾਰੀ ਦੇਣ ਲੱਗੇ ਹਾਂ ਜੀ। ਜਿਹੜਾ ਪਿਛਲੇ ਦਿਨੀ ਤੁਸੀਂ ਜਾਣਦੇ ਜੇ ਵੀ ਗਊਆਂ ਦੇ ਉੱਤੇ ਬਹੁਤ ਹੀ ਜ਼ਿਆਦਾ ਇੱਕ ਭਿਅੰਕਰ ਬਿਮਾਰੀ ਨੇ ਜਿਹੜਾ ਅਸਰ ਕੀਤਾ ਸੀ, ਉਸ ਦੇ ਸਬੰਧ ਦੇ ਵਿੱਚ ਕਿਸਾਨਾਂ ਨੇ ਵੱਖ-ਵੱਖ ਕੈਬਨਿਟ ਮੰਤਰੀਆਂ, ਇੱਥੋਂ ਤੱਕ ਕਿ ਲਾਲਜੀਤ ਭੁੱਲਰ ਨੂੰ ਵੀ ਅਸੀਂ ਜਿਹੜਾ ਇਹ ਮੰਗ ਪੱਤਰ ਦਿੱਤਾ ਸੀ। ਲੇਕਿਨ ਲਾਲਜੀਤ ਭੁੱਲਰ ਜੋ ਹੈ ਮੰਗ ਪੱਤਰ ਲੈਣ ਆਏ ਨਹੀਂ ਸੀ। ਲੇਕਿਨ ਅਸੀਂ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਇਸ ਕਰਕੇ ਸਖਤ ਐਕਸ਼ਨ ਨਹੀਂ ਸੀ ਲਿਆ ਤੇ ਅਸੀਂ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦੇ ਦਿੱਤਾ ਸੀ। ਲੇਕਿਨ ਮੰਗ ਪੱਤਰ ਦੇਣ ਤੋਂ ਕਾਫੀ ਦਿਨ ਬਾਅਦ ਵੀ ਹਲੇ ਤੱਕ ਕੋਈ ਮਸਲਾ ਨਹੀਂ ਹੱਲ ਹੋਇਆ। ਇਸ ਕਰਕੇ ਅਸੀਂ 24 ਸਤੰਬਰ ਨੂੰ ਦੁਬਾਰਾ ਲਾਲਜੀਤ ਭੁੱਲਰ ਜਿਹੜੇ ਆਪਣੇ ਕੈਬਨਿਟ ਮੰਤਰੀ ਹੈ ਜੀ, ਉਹਨਾਂ ਨੂੰ ਅਸੀਂ ਯਾਦਾਸ਼ਤ ਪੱਤਰ ਦੇਵਾਂਗੇ ਕਿ ਤੁਹਾਡੀ ਯਾਦਾਸ਼ਤ ਬੜੀ ਮਾੜੀ ਆ, ਅਸੀਂ ਤੁਹਾਨੂੰ ਯਾਦ ਕਰਾਉਣੇ ਆ ਕਿ ਇਸ ਮੁੱਦੇ ਤੇ ਵੀ ਤੁਸੀਂ ਕੰਮ ਕਰਨਾ ਹੈ। ਸੋ ਇਹਦੇ ਨਾਲ ਅਸੀਂ ਹੋਰ ਅਹਿਮ ਮੁੱਦਿਆਂ ਦੇ ਉੱਤੇ ਮੰਗ ਪੱਤਰ ਵੀ ਬਣਾਵਾਂਗੇ ਤੇ 3 ਦਿਨਾਂ ਦੇ ਵਿੱਚ 3 ਤਰੀਕਾਂ ਦੇ ਵਿੱਚ ਇਹਨੂੰ ਵੰਡਿਆ ਗਿਆ। ਸਭ ਤੋਂ ਪਹਿਲਾਂ 24 ਤਰੀਕ ਨੂੰ ਜਿਹੜਾ 24 ਸਤੰਬਰ ਨੂੰ ਅਸੀਂ ਇੱਕ ਤੇ ਯਾਦਾਸ਼ਤ ਪੱਤਰ ਦੇਣਾ ਜੀ ਲਾਲਜੀਤ ਭੁੱਲਰ ਜੀ ਨੂੰ। ਉਸ ਤੋਂ ਬਾਅਦ ਅਸੀਂ ਜਿਵੇਂ ਕਿ ਆਮ ਆਦਮੀ ਸਰਕਾਰ ਬਣੀ ਸੀ, ਇਹਨਾਂ ਕਿਹਾ ਸੀ ਜੀ ਅਸੀਂ ਸਾਡੀ ਸਰਕਾਰ ਆਊ ਤੇ ਅਸੀਂ ਕਿਸਾਨਾਂ ਨੂੰ ਸਵਾਮੀਨਾਥਨ ਰਿਪੋਰਟ ਲਾਗੂ ਕਰਾਂਗੇ, ਉਹਦਾ ਮੰਗ ਪੱਤਰ ਵੀ ਦੇਣਾ ਜੀ। ਉਸ ਤੋਂ ਇਲਾਵਾ ਅਸੀਂ ਇੱਕ ਬਹੁਤ ਹੀ ਅਹਿਮ ਮੁੱਦੇ 'ਤੇ ਕੰਮ ਕਰ ਰਹੇ ਹਾਂ ਜੀ। ਆਪਾਂ ਆਮ ਤੌਰ 'ਤੇ ਵੇਖਿਆ ਜੀ ਰਸਤੇ 'ਤੇ ਜਾਂਦੇ ਰੇਤ ਵਾਲੇ, ਮਿੱਟੀ ਵਾਲੇ, ਇੱਟਾਂ ਵਾਲੇ ਟਰੈਕਟਰ ਜਿਹੜੇ ਹੁੰਦੇ ਆ, ਬਹੁਤ ਉੱਚੀ ਡੈਕ ਲੱਗੇ ਹੁੰਦੇ ਆ, ਪਿੱਛੇ ਕਿਸੇ ਨੂੰ ਰਸਤਾ ਨਹੀਂ ਮਿਲਦਾ। ਕਈ ਜਗ੍ਹਾ ਹਾਦਸੇ ਹੁੰਦੇ ਆ, ਮੋਟਰਸਾਈਕਲ ਰਾਹਗੀਰਾਂ ਨੂੰ ਜਿਹੜਾ ਰਾਹ ਨਹੀਂ ਮਿਲਦਾ, ਕਈ ਜਗ੍ਹਾ ਤੇ ਟੱਕਰ ਵੱਜਣ ਦੇ ਨਾਲ ਮੌਤਾਂ ਵੀ ਹੋਈਆਂ। ਸੋ ਉਹਦੇ ਵਿੱਚ ਕੋਈ ਸਖਤ ਕਾਨੂੰਨ ਲਿਆਦਾ ਜਾਵੇ ਕਿ ਜਿਹੜਾ ਮਿੱਟੀ ਰੇਤ ਦੇ ਜਿਹੜੇ ਟਰੈਕਟਰ ਟਰਾਲੇ ਨੇ ਉਹਨਾਂ ਦੇ ਸੰਬੰਧ 'ਚ ਕੋਈ ਸਖਤ ਕਾਨੂੰਨ ਲਿਆਂਦਾ ਜਾਵੇ। ਇਸ ਦੇ ਨਾਲ ਹੀ ਵੇਖੋ ਇਹਨਾਂ ਕਿਹਾ ਸੀ ਵੀ ਅਸੀਂ ਜੀ ਇੱਕ ਫਿਕਸ ਰੇਟ ਦੇ ਉੱਤੇ ਰੇਤ ਦੇਵਾਂਗੇ, ਲੇਕਿਨ ਅੱਜ ਕਿੰਨਾ 6 ਮਹੀਨੇ ਹੋ ਗਏ ਆ, ਕਿਸੇ ਨੂੰ ਵੀ ਰੇਤ ਨਹੀਂ ਮਿਲਦੀ। ਜੇ ਕਿਸੇ ਨੇ ਘਰ ਬਣਾਉਣਾ ਤੇ ਰੇਤ ਤੇ ਮਤਲਬ ਲੱਭਿਆ ਨਹੀਂ ਲੱਭਦੀ। ਰੇਤ ਜਿਹੜੀ ਕਿਤੇ ਪਹਿਲਾਂ 2000-1500 ਨੂੰ ਸੈਂਕੜਾ ਮਿਲ ਜਾਂਦੀ ਸੀ, ਹੁਣ ਉਹ 10,000 ਨੂੰ ਨਹੀਂ ਮਿਲਦੀ। ਸੋ ਇਹ ਚੀਜ਼ਾਂ ਦੇ ਅਸੀਂ ਮੰਗ ਪੱਤਰ ਦੇਣੇ ਆ ਲਾਲਜੀਤ ਭੁੱਲਰ ਜੀ ਨੂੰ। ਇਸ ਤੋਂ ਇਲਾਵਾ ਇੱਕ ਅਹਿਮ ਮੁੱਦਾ ਜੀ ਪਰਾਲੀ ਦਾ। ਹੁਣ ਸਰਕਾਰ ਤੇ ਕਹਿੰਦੀ ਆ, ਪਹਿਲਾਂ ਕਹਿੰਦੀ ਜੀ ਅਸੀਂ ਜੀ 2500 ਰੁਪਈਆ ਦੇਵਾਂਗੇ, ਲੇਕਿਨ ਹੁਣ ਸਰਕਾਰ ਨੇ ਯੂਟਰਨ ਲੈ ਲਿਆ। ਹੁਣ ਸਰਕਾਰ ਕਹਿੰਦੀ ਜੀ ਸੈਂਟਰ ਸਰਕਾਰ ਨਹੀਂ ਮੰਨੀ ਜੀ 1500 ਰੁਪਇਆ ਦੇਣ ਨੂੰ। ਵੇਖੋ ਤੁਸੀਂ ਬਿਆਨਬਾਜ਼ੀ ਕਿਉਂ ਕਰਦੇ ਜੀ? ਜੇ ਤੁਹਾਡੀ ਪਹਿਲਾਂ ਕੋਈ ਤਾਲਮੇਲ ਨਹੀਂ ਹੋਇਆ, ਜੇ ਸੈਂਟਰ ਸਰਕਾਰ ਨਾਲ ਕੋਈ ਤੁਹਾਡਾ ਤਾਲਮੇਲ ਹੀ ਨਹੀਂ ਹੈਗਾ, ਤਾਂ ਤੁਸੀਂ ਬਿਆਨਬਾਜ਼ੀ ਕਿਉਂ ਕੀਤੀ? ਤੁਸੀਂ ਪਹਿਲਾਂ ਕਿਉਂ ਕਿਸਾਨਾਂ ਨੂੰ ਕਿਹਾ ਕਿ 2500 ਰੁਪਇਆ ਦੇਵਾਂਗੇ? ਹੁਣ ਉਹਦਾ ਸਪਸ਼ਟੀਕਰਨ ਤਾਂ ਚਾਹੀਦਾ ਹੈ ਨਾ ਕਿਸਾਨਾਂ ਨੂੰ, ਕਿਉਂਕਿ ਦੂਜੇ ਪਾਸੇ ਤੁਸੀਂ ਕੱਲ ਧਾਲੀਵਾਲ ਸਾਹਿਬ ਦਾ ਬਿਆਨ ਆਇਆ ਜੀ, ਮੈਂ ਸੰਤਰੀ ਤੋਂ ਲੈ ਕੇ ਮੰਤਰੀ ਤੱਕ ਦਾ ਸਾਰਾ ਤੰਤਰ ਨਾਮ ਮੰਗਦੇ। ਅਸਟਾਮ ਫਰੋਸ਼ ਕਹਿੰਦਾ ਵੀ ਅਸਟਾਮ ਨਹੀਂ ਹੈਗਾ, ਤੇ ਜੇ ਤੁਸੀਂ ਉਹਨੂੰ ਪੈਸੇ ਵੱਧ ਦਿੰਦੇ ਜੇ ਉਹੀ ਸਟਾਮ ਨਿਕਲ ਆਉਂਦਾ। ਇਹ ਨਹੀਂ ਹੋਣਾ ਚਾਹੀਦਾ। ਸਰਕਾਰ ਨੂੰ ਇਹਦੇ ਤੇ ਕੜਾ ਐਕਸ਼ਨ ਲੈਣਾ ਚਾਹੀਦਾ ਹੈ। ਤੇ ਫਿਰ ਕਿਸਾਨਾਂ ਨੇ ਧਰਨੇ ਲਾਉਣੇ, ਫਿਰ ਹੋਰ ਕੀ ਕਰਨੇ ਹੈ ਜੀ? ਤਾਂ ਉਹਦੇ ਉੱਤੇ ਸਾਨੂੰ ਸਪਸ਼ਟੀਕਰਨ ਦੇਣ ਕਿ 2500 ਦੇ ਰਹੇ ਆ ਜਾਂ ਨਹੀਂ ਦੇ ਰਹੇ। ਇਹਦੇ ਨਾਲ ਹੁਣ ਵੇਖੋ ਇਹ ਤੇ 2500 ਰੁਪਏ ਦਾ ਤਾਂ ਐਲਾਨ ਹੀ ਨਹੀਂ ਕੀਤਾ, ਤੇ ਜਿਹੜਾ ਐਲਾਨ ਕੀਤਾ ਸੀ 1500 ਰੁਪਏ ਦਾ, ਕਿਸਾਨਾਂ ਨੂੰ ਕਿਹਾ ਸੀ ਸਿੱਧੀ ਬਿਜਾਈ ਕਰੋ, ਤੇ ਕਿਸਾਨਾਂ ਨੇ ਸਿੱਧੀ ਬਿਜਾਈ ਕੀਤੀ। ਲੇਕਿਨ ਉਹ 1500 ਰੁਪਈਆ ਹਲੇ 1 ਰੁਪਈਆ ਵੀ ਕਿਸੇ ਦੇ ਖਾਤੇ 'ਚ ਨਹੀਂ ਆਇਆ। ਝੋਨਾ ਪੱਕ ਚੱਲਿਆ, ਥੋੜੇ ਦਿਨਾਂ 'ਚ ਝੋਨਾ ਵੱਢ ਲੈਣਾ ਲੋਕਾਂ ਨੇ। ਸੋ ਇਹੋ ਜਿਹੀ ਗਲਤ ਬਿਆਨਬਾਜ਼ੀ ਨਹੀਂ ਚਾਹੀਦੀ। ਜੇ ਤੁਸੀਂ 1500 ਰੁਪਏ ਦੀ ਕਮਿਟਮੈਂਟ ਕੀਤੀ ਹੈ, ਲੋਕਾਂ ਨੇ ਤੁਹਾਡੇ ਆਖੇ ਸਿੱਧੀ ਬਿਜਾਈ ਕੀਤੀ ਆ, ਤੇ ਤੁਸੀਂ ਉਹਨੂੰ ਦੋ ਸਹੀ। ਜੇ ਉਹਨੂੰ ਉਤਸ਼ਾਹਿਤ ਕਰੋਗੇ ਤਾਂ ਫਿਰ ਹੀ ਅਗਲੀ ਵਾਰ ਕੋਈ ਨਾ ਕੋਈ ਹੋਰ ਕਰੇਗਾ ਜੀ। ਇਸ ਤੋਂ ਇਲਾਵਾ ਤੀਜਾ ਮੰਗ ਪੱਤਰ ਹੈ ਜੀ ਸਾਡਾ ਡੀਸੀ ਸਾਹਿਬ ਨੂੰ।
ਜਿਹਦੀ ਤਰੀਕ ਰੱਖੀ ਗਈ ਹੈ 28